ਕੇਂਦਰ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। बहुत बहुत धन्यवाद पंजाबी लोक चैनल का ਜਿਹੜਾ ਹੱਕ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦਾ ਹੈ ਕਿਉਂਕਿ ਆ ਹੁਣ ਇੱਥੇ ਗੋਦੀ ਮੀਡੀਆ ਆਇਆ ਵਾ ਸੀ ਜਦੋਂ ਅਸੀਂ ਉਹਨਾਂ ਨੇ ਮੂਹਰੇ 2-4 ਪੱਖ ਰੱਖੇ ਤੇ ਉਹ ਵਿੱਚੇ ਛੱਡ ਕੇ ਭੱਜ ਗਿਆ। ਉਹ ਤੇ ਆ ਮੋਦੀ ਸਰਕਾਰ ਤੇ RSS ਭਗਵੰਤ ਮਾਨ ਗੁਲਾਮ ਦਿੱਲੀ ਦਾ ਇਹ ਨਵਾਂ ਫਰਮਾਨ ਸਾਡੇ ਤੇ ਥੋਪਤਾ ਵੀ ਜਿੰਨੇ % ਤੁਹਾਡੀ ਫਸਲ ਖਰਾਬ ਹੋਊਗੀ ਉਹਨੇ % ਨਾਲ ਤੁਹਾਡੀ ਕਟੌਤੀ ਲੱਗੂਗੀ। 37 ਰੁਪਏ 18 ਪੈਸੇ ਤੱਕ ਲੈ ਗਿਆ 5 ਰੁਪਏ ਤੋਂ ਲੈ ਕੇ। ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਇਹ ਮੋਦੀ ਨੂੰ ਪੁੱਛਣਾ ਚਾਹੁੰਦਾ ਵੀ ਉਹਦੀ % ਕੱਢੂਗਾ ਕੌਣ ਵੀ ਇਹ ਕਣਕ ਕਿੰਨੇ ਖਰਾਬ % ਖਰਾਬ ਹੈ। ਸਰਕਾਰ ਕਹਿੰਦੀ ਅਸੀਂ ਤਾਂ 15,000 ਮੁਆਵਜ਼ਾ ਪੈਸਾ ਅੱਗੇ ਗਰਦੌਰੀਆਂ ਪਿੱਛੇ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ 15,000 ਦੇ ਦਿੱਤਾ ਫਿਰ ਵੀ ਤੁਸੀਂ ਫਸਲ ਆਪਣੀ ਆ ਕੇ ਵੇਚਣੀ ਹੈ ਫਿਰ ਇਹ ਤੋਂ ਤੁਹਾਨੂੰ ਕਿਉਂ ਦਰਦ ਹੁੰਦਾ। मैं मुख्य मंत्री साहब ਨੂੰ ਪੁੱਛਣਾ ਚਾਹੁੰਦਾ ਵੀ ਮੁਆਵਜ਼ਾ ਤਾਂ ਦੂਰ ਦੀ ਗੱਲ ਆ ਸਾਡੇ ਪਿੰਡਾਂ 'ਚ ਕੋਈ ਪਟਵਾਰੀ ਨਹੀਂ ਗਿਆ। ਇਹ ਬਿੱਲ ਲਿਆਂਦਾ ਕਿਉਂ ਹੈ ਇੱਕ ਥੋਪਿਆ ਕਿਉਂ ਗਿਆ ਕਿਉਂਕਿ ਕਿਸਾਨ ਤੇ ਆੜਤੀ ਲੜਨ ਤੇ ਆਪਾਂ ਹਰ ਵਾਰ ਇਹੀ ਕਹਿੰਦੇ ਕਿ ਆੜਤੀ ਔਰ ਕਿਸਾਨ ਦਾ 9 ਮਾਸ ਦਾ ਰਿਸ਼ਤਾ ਇਹ ਉਹਨੂੰ ਤੋੜਨਾ ਚਾਹੁੰਦੇ ਆ। ਜਦੋਂ ਤਾਂ ਇਹਨਾਂ ਲੈਣਾ ਸਾਤੋਂ ਤਾਂ 5% ਦਾ ਵੀ ਲੈਣਾ ਹੈ ਜਦੋਂ ਸਾਨੂੰ ਦੇਣਾ ਤਾਂ 33% ਉੱਪਰ ਦੇਣਾ। ਇਹ ਕਿਹੜਾ ਇਹਨਾਂ ਕੋਲ ਤਰੀਕਾ ਮਾਪਦੰਡ ਕਿਹੜਾ ਇਹਨਾਂ ਕੋਲ ਨੁਕਸਾਨ ਦਾ ਕਿਉਂਕਿ ਸਾਡਾ ਕਿਸਾਨ ਇੰਨਾ ਭੋਲਾ ਏ ਇੰਨਾ ਸਮਝਾਉਣ ਤੋਂ ਬਾਵਜੂਦ ਵੀ ਇਹ ਨਹੀਂ ਸਮਝਦਾ ਸਿਰਫ 2 ਰੁਪਏ ਦਾ ਲਾਲਚ ਦੇਖ ਲੈਂਦਾ ਵੀ ਉੱਥੇ ਯਾਰ ਪੱਖਾ ਨਹੀਂ ਲੱਗਿਆ ਯਾਰ ਉੱਥੇ ਇੱਕ ਨਹੀਂ ਭਰਤੀ ਹੋ ਗਈ ਸਾਡੀ ਸਿੱਧਾ ਕੰਡਾ ਹੋ ਕੇ ਵੀ ਚੱਲ ਯਾਰ ਉੱਥੇ ਚੱਲੀਏ ਆਪਾਂ ਡਾਲੇ ਹੀ ਚੱਕਣਾ। ਤੇ ਮੈਂ ਉਹਨਾਂ ਨੂੰ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਉਹ 2-4 ਸਾਲ ਦਾ ਹੀ ਇਹਨਾਂ ਨੇ ਦਿਖਾਉਣਾ ਉਸ ਤੋਂ ਬਾਅਦ ਜਿਵੇਂ ਇਹ ਕਾਨੂੰਨ ਆਇਆ ਏ ਉੱਥੇ ਫਿਰ ਆਲੂਆਂ ਵਾਂਗ ਜਿਵੇਂ ਆਲੂ ਲੋਡ ਹੁੰਦੇ ਆ ਜਿਵੇਂ ਮਸੰਮੀ ਲੋਡ ਹੁੰਦੀ ਹੈ ਉਸ ਤਰ੍ਹਾਂ ਹੋਣਾ ਹੈ ਬੜਾ ਦਾਣਾ ਅਲੱਗ ਉਸ ਤੋਂ ਛੋਟਾ ਅਲੱਗ। ਸਰਕਾਰ ਕਹਿੰਦੀ ਵੀ ਇੰਨਾ ਡੈਮੇਜ ਹੋ ਗਿਆ ਉਹਦੀ ਭਰਪਾਈ ਸਰਕਾਰ ਆਪਣੇ ਖਜ਼ਾਨੇ ਵਿੱਚੋਂ ਕਰੇ ਨਾ ਕਿ ਸਾਡੇ ਕਿਸਾਨਾਂ ਤੇ ਪਾਵੇ। ਪਰ ਇਹਦਾ ਕੀ ਇਹ ਰਹੇਗਾ ਵੀ 37 ਹੀ ਕੱਟੇ ਜਾਣਗੇ ਹੋ ਸਕਦਾ 5 ਰੁਪਏ ਕੱਟ ਕੇ ਜਿਹੜਾ ਹੈਗਾ ਖਹਿੜਾ ਛੁੱਟਦਾ ਹੋਵੇ 37 ਤੱਕ ਗੱਲ ਨਾ ਜਾਵੇ ਇਸ ਗੱਲ ਦਾ ਤੁਹਾਨੂੰ ਕਿਉਂ ਲੱਗਦਾ ਵੀ 37 ਕੱਟੇ ਜਾਣ। ਸਰ ਜੀ ਜਿਹੜੇ ਅਸੀਂ ਪਹਿਲਾਂ ਭੋਲੇ ਸੀ ਉਹ ਰਹੇ ਨਹੀਂ 5 ਰੁਪਏ ਪਾਸੇ ਕਿਸੇ ਨੇ ਨਹੀਂ ਤੁਰਨਾ ਜੇ ਤੁਰਨਾ ਤਾਂ ਗੰਡਾਸਾ ਸਾਡੇ ਤੇ ਬੜਾ ਹੀ ਲਾਉਣਾ ਹੈ। ਔਰ ਬੀਬੀ ਜਿਹੜੀ 5 ਮਿੰਟ ਵਾਲੀ MSP ਚੁਟਕੀਆਂ ਮਾਰਦੀ ਸੀ ਅੱਜ ਉਹਦਾ ਬਿਆਨ ਆਉਣਾ ਚਾਹੀਦਾ ਸੀ। ਅੱਜ ਆ ਕੇ ਸਰੋਂ ਦੇਖੋ ਜਿਹੜੀ ਕਹਿੰਦੀ ਸੀ ਸਾਰਿਆਂ ਤੇ ਦਊਂਗੇ ਕਿਸਾਨਾਂ ਕੋਲ ਇੱਕ ਲੈ ਦੇ ਕੇ ਕਿ ਸਰੋਂ ਚਲੋ ਮਾੜੀ ਵਧੀਆ ਨਿਕਲੀ ਉਹ ਤਾਂ ਪਰ MSP ਚਾਹੀਦੀ ਸੀ ਪਰ 4,000 ਦੇ ਕਰੀਬ ਵਿਕਦੀ ਹੈ ਉਹ ਬੀਬੀ ਕਿੱਥੇ ਸੁੱਤੀ ਪਈ ਹੈ। ਮੈਂ ਕੱਲ SDM ਸਾਹਿਬ ਨੂੰ ਮਿਲਿਆ ਮੈਂ ਉਹਨੂੰ ਕਿਹਾ ਵੀ SDM ਸਾਹਿਬ ਤੁਹਾਡੇ ਪਟਵਾਰੀ ਪਿੰਡਾਂ 'ਚ ਨਹੀਂ ਆ ਰਹੇ ਕਹਿੰਦੇ ਜੀ ਸਾਡੇ ਕੋਲ ਪਟਵਾਰੀ ਘੱਟ ਆ। ਮੈਂ ਕਿਹਾ ਜੀ ਅਸੀਂ ਪਟਵਾਰ ਥੋੜ੍ਹੋ ਕਰਨੀ ਆ। ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਹਾਂ। ਪੰਜਾਬ ਦੇ ਵਿੱਚ ਜਦੋਂ ਅਪ੍ਰੈਲ ਦਾ ਮਹੀਨਾ ਆਉਂਦਾ ਤਾਂ ਕਹਿੰਦੇ ਕਿਸਾਨਾਂ ਦੇ ਚਿਹਰੇ ਖਿੜ ਜਾਂਦੇ ਆ ਮੁਸਕਰਾਹਟ ਹੁੰਦੀ ਹੈ ਕਿਉਂਕਿ ਫਸਲ ਆਉਂਦੀ ਹੈ ਪਰ ਬੀਤੇ 3-4 ਸਾਲਾਂ ਤੋਂ ਇਹ ਮੁਸਕਰਾਹਟ ਗਾਇਬ ਹੈ ਕਿਉਂਕਿ ਕੁਦਰਤ ਦੀ ਮਾਰ ਪਈ ਹੈ ਜਿਸ ਦੇ ਕਰਕੇ ਫਸਲਾਂ ਦਾ ਨੁਕਸਾਨ ਹੋਇਆ। ਹਾਲਾਂਕਿ ਸਰਕਾਰ ਵੱਲੋਂ ਇਸ ਵਾਰ ਕਿਹਾ ਗਿਆ ਹੈ ਕਿ ਅਸੀਂ 15,000 ਪ੍ਰਤੀ ਏਕੜ ਦਾ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਦੀ 100% ਫਸਲ ਨੁਕਸਾਨੀ ਗਈ ਹੈ ਪਰ ਫਿਰ ਵੀ ਮੰਡੀਆਂ ਦੇ ਵਿੱਚ ਆਮਦ ਤਾਂ ਸ਼ੁਰੂ ਹੋਈ ਹੈ ਪਰ ਕੁਝ ਕਿਸਾਨ ਇੱਥੇ ਪਹੁੰਚੇ ਆ ਜਿਹੜੇ ਕਿ ਇਸ ਐਲਾਨ ਤੋਂ ਬਾਅਦ ਵੀ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਦਿਖਾਈ ਦਿੱਤੇ ਆ। ਕੀ ਗੱਲ ਹੈ ਕਿਉਂ ਇਹ ਮੁਰਦਾਬਾਦ ਦੁਬਾਰਾ ਕਰਨੀ ਪਈ ਉਹ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਦੇ ਉੱਤੇ। ਕੀ ਗੱਲ ਹੋ ਗਈ ਅੱਜ ਜਿਹੜਾ ਤੁਹਾਨੂੰ ਫਿਰ ਇੱਥੇ ਮੁਰਦਾਬਾਦ ਦੇ ਨਾਅਰੇ ਲਾਉਣੇ ਪੈ ਗਏ। ਫਸਲ ਦਾ ਨੁਕਸਾਨ ਜਿਹੜਾ ਕੁਦਰਤੀ ਮਾਰ ਨਾਲ ਤਾਂ ਹੋਇਆ ਪਰ ਸਰਕਾਰ ਨੇ ਮੁਆਵਜ਼ਾ ਵੀ ਤਾਂ ਦੇਣ ਦੀ ਗੱਲ ਕੀਤੀ। ਬਹੁਤ ਬਹੁਤ ਧੰਨਵਾਦ ਪੰਜਾਬੀ ਲੋਕ ਚੈਨਲ ਦਾ ਜਿਹੜਾ ਹੱਕ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦਾ ਹੈ ਕਿਉਂਕਿ ਆ ਹੁਣ ਇੱਥੇ ਗੋਦੀ ਮੀਡੀਆ ਆਇਆ ਵਾ ਸੀ ਜਦੋਂ ਅਸੀਂ ਉਹਨਾਂ ਨੇ ਮੂਹਰੇ 2-4 ਪੱਖ ਰੱਖੇ ਤੇ ਉਹ ਵਿੱਚੇ ਛੱਡ ਕੇ ਭੱਜ ਗਿਆ। ਤੇ ਇਹ ਚੈਨਲ ਹੈ ਜਿਹੜੇ ਲੋਕਾਂ ਤੱਕ ਆਵਾਜ਼ ਪਹੁੰਚਾਉਂਦੇ ਉਹਨੂੰ ਮੋਦੀ ਉਹਨਾਂ ਦਾ ਗਲਾ ਵੀ ਘੁੱਟਦਾ ਏ ਜਿਵੇਂ ਪੰਜਾਬੀ ਲੋਕ ਚੈਨਲ ਵੀ ਇਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਹੀ ਅੱਜ ਅਸੀਂ ਤੁਸੀਂ ਗੱਲ ਕੀਤੀ ਹੈ ਵੀ ਉਰੇ ਕਿਉਂ ਇਕੱਠੇ ਹੋਏ ਉਹ ਸੰਬੰਧ 'ਚ ਤੇ ਕੁਦਰਤੀ ਆਫਤ ਨੇ ਕਿਸਾਨ ਦਾ ਪਹਿਲਾਂ ਹੀ ਲੱਕ ਤੋੜਿਆ ਵਾ ਤੇ ਕਿਵੇਂ ਨਾ ਕਿਵੇਂ ਜੋ ਡਿੱਗਦੀ ਪੈਂਟਾਂ ਦੀ ਫਸਲ ਆਪਣੀ ਕਿਸਾਨ ਇੱਥੇ ਤੱਕ ਲੈ ਕੇ ਆਇਆ ਉਹ ਤੇ ਆ ਮੋਦੀ ਸਰਕਾਰ ਤੇ RSS ਭਗਵੰਤ ਮਾਨ ਗੁਲਾਮ ਦਿੱਲੀ ਦਾ ਇਹ ਨਵਾਂ ਫਰਮਾਨ ਸਾਡੇ ਤੇ ਥੋਪਤਾ ਵੀ ਜਿੰਨੇ % ਤੁਹਾਡੀ ਫਸਲ ਖਰਾਬ ਹੋਊਗੀ ਉਹਨੇ % ਨਾਲ ਤੁਹਾਡੀ ਕਟੌਤੀ ਲੱਗੂਗੀ। 37 ਰੁਪਏ 18 ਪੈਸੇ ਤੱਕ ਲੈ ਗਿਆ 5 ਰੁਪਏ ਤੋਂ ਲੈ ਕੇ। ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਇਹ ਮੋਦੀ ਨੂੰ ਪੁੱਛਣਾ ਚਾਹੁੰਦਾ ਵੀ ਉਹਦੀ % ਕੱਢੂਗਾ ਕੌਣ ਵੀ ਇਹ ਕਣਕ ਕਿੰਨੇ ਖਰਾਬ % ਖਰਾਬ ਹੈ। ਦੂਜੀ ਫਿਰ ਆੜਤੀ ਰੱਖੂਗਾ ਕਿੱਥੇ। ਤੀਜਾ ਉਹਨੂੰ ਕੱਲੀ ਨੂੰ ਟਰੱਕਾਂ 'ਚ ਲੋਡ ਕਿਵੇਂ ਕਰੂਗਾ। ਤੇ ਫਿਰ ਉੱਥੇ ਕਿਸਾਨ ਨੇ ਆੜਤੀ ਦਾ ਲੜਨਾ। ਇਹ ਬਿੱਲ ਲਿਆਂਦਾ ਕਿਉਂ ਹੈ ਇਹ ਥੋਪਿਆ ਕਿਉਂ ਗਿਆ ਕਿਉਂਕਿ ਕਿਸਾਨ ਤੇ ਆੜਤੀ ਲੜਨ ਤੇ ਆਪਾਂ ਹਰ ਵਾਰ ਇਹੀ ਕਹਿੰਦੇ ਕਿ ਆੜਤੀ ਔਰ ਕਿਸਾਨ ਦਾ 9 ਮਾਸ ਦਾ ਰਿਸ਼ਤਾ ਇਹ ਉਹਨੂੰ ਤੋੜਨਾ ਚਾਹੁੰਦੇ ਆ ਵੀ ਲੋਕ ਦੁਖੀ ਹੋ ਕੇ ਮੰਡੀਆਂ ਤੋਂ ਜੋ ਸੈਲੋ ਖੋਲ੍ਹੇ ਆ ਉਹਨਾਂ ਵੱਲ ਜਾਣ। 2-4 ਸਾਲ ਦੇ ਵਿੱਚ ਹੌਲੀ ਹੌਲੀ ਮੰਡੀਆਂ ਆਪੇ ਬੰਦ ਹੋ ਜਾਣੀਆਂ ਕਿਉਂਕਿ ਸਾਡਾ ਕਿਸਾਨ ਇੰਨਾ ਭੋਲਾ ਏ
ਇੰਨਾ ਸਮਝਾਉਣ ਤੋਂ ਬਾਵਜੂਦ ਵੀ ਇਹ ਨਹੀਂ ਸਮਝਦਾ, ਸਿਰਫ 2 ਰੁਪਏ ਦਾ ਲਾਲਚ ਦੇਖ ਲੈਂਦਾ ਵੀ ਉੱਥੇ ਯਾਰ ਪੱਖਾ ਨਹੀਂ ਲੱਗਿਆ, ਯਾਰ ਉੱਥੇ ਇੱਕ ਨਹੀਂ ਭਰਤੀ ਹੋ ਗਈ ਸਾਡੀ ਸਿੱਧਾ ਕੰਡਾ ਹੋ ਕੇ ਵੀ ਚੱਲ ਯਾਰ ਉੱਥੇ ਚੱਲੀਏ, ਆਪਾਂ ਡਾਲੇ ਹੀ ਚੱਕਣਾ। ਤੇ ਮੈਂ ਉਹਨਾਂ ਨੂੰ, ਕਿਸਾਨਾਂ ਨੂੰ ਬੇਨਤੀ ਕਰਦਾ ਕਿ ਉਹ 2-4 ਸਾਲ ਦਾ ਹੀ ਇਹਨਾਂ ਨੇ ਦਿਖਾਉਣਾ। ਉਸ ਤੋਂ ਬਾਅਦ ਜਿਵੇਂ ਇਹ ਕਾਨੂੰਨ ਆਇਆ ਏ ਉੱਥੇ ਫਿਰ ਆਲੂਆਂ ਵਾਂਗ ਜਿਵੇਂ ਆਲੂ ਲੋਡ ਹੁੰਦੇ ਆ, ਜਿਵੇਂ ਮਸੰਮੀ ਲੋਡ ਹੁੰਦੀ ਹੈ, ਉਸ ਤਰ੍ਹਾਂ ਹੋਣਾ ਹੈ। ਬੜਾ ਦਾਣਾ ਅਲੱਗ, ਉਸ ਤੋਂ ਛੋਟਾ ਅਲੱਗ, ਜਿੰਨਾ ਟਰਾਲੀ 'ਚ ਲੈ ਕੇ ਜਾਣਾ ਉਨਾ ਹੀ ਵਾਪਸ ਆਏ ਕਰਨਾ। ਇਹ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਇਹੋ ਜਿਹੀ ਭੁੱਲ ਨਾ ਕਰਿਓ, ਸੈਲੋ ਵੱਲ ਨਾ ਜਾਇਓ। ਹਾਂ, ਜੋ ਇਹ ਲੈ ਕੇ ਆਇਆ ਇਹ ਗਲ 'ਚ ਗੁੱਠਾ ਦੇ ਕੇ ਭਗਵੰਤ ਮਾਨ ਸਰਕਾਰ, ਮੋਦੀ ਸਰਕਾਰ ਦੇ ਆਪਾਂ ਵਾਪਸ ਕਰਾਵਾਂਗੇ। ਕਿੰਨੇ ਪ੍ਰਕਾਰ ਦਾ ਇਹ ਜਿਹੜਾ ਬਣਾਇਆ ਗਿਆ ਕਿ ਜਿਹੜੀਆਂ ਅਲੱਗ-ਅਲੱਗ ਪਰਸੈਂਟੇਜ ਕੱਢੀ ਜਾਊਗੀ? ਦੇਖੋ ਇਹ 24 ਪ੍ਰਕਾਰ ਦਾ ਜੀ। ਇਹ 24 ਜਗ੍ਹਾ, ਜਾਣੀ ਜੇ ਇੱਕ ਕਿਸਾਨ 2 ਖੇਤਾਂ ਦੀ ਫਸਲ ਲੈ ਕੇ ਆਉਂਦਾ, ਉਹ 24 ਜਗ੍ਹਾ ਰੱਖੀ ਜਾਊਗੀ। ਫਿਰ ਉਹਨੂੰ ਕਿਵੇਂ ਤੋਲਿਆ ਜਾਊਗਾ, ਕਿਵੇਂ ਟੱਕਾ, ਮੈਂ ਉਹ ਪਹਿਲਾਂ ਵੀ ਕਹਿ ਕੇ ਹਟਿਆ, ਉਹਦੀ ਪਰਸੈਂਟੇਜ ਕੱਢੂਗਾ ਕੌਣ, ਤੇ ਫਿਰ ਆੜ੍ਹਤੀ ਉਹਦਾ ਬਿੱਲ ਕਿਵੇਂ ਬਣਾਊਗਾ? ਉਹ ਇਹ ਵੀ ਕਹਿਣਗੇ ਵੀ ਤੁਹਾਨੂੰ ਇਸ ਗੱਲ ਨਾਲ ਕੀ ਕਿ ਰੱਖੂਗੇ ਕਿੱਦਾਂ, ਉਹ ਤਾਂ ਸਾਡਾ ਪ੍ਰਬੰਧ ਆ, ਤੁਸੀਂ ਆਪਣੀ ਗੱਲ ਕਰੋ, ਜਿਹੜੀ ਜਿੱਦਾਂ ਦੀ ਫਸਲ ਲੈ ਕੇ ਆਓਗੇ ਉਦਾਂ ਦਾ ਮੁੱਲ ਲੈ ਕੇ ਚੱਲ ਜਾਓਗੇ। ਉਹੀ ਤਾਂ ਹੀ ਤਾਂ ਇਕੱਠੇ ਹੋਏ ਨਾ ਉਰੇ ਵੀ ਇਹ ਅਸੀਂ ਨਹੀਂ ਇਹ ਹੋਣ ਦੇਣਾ, ਇਹ ਕਾਨੂੰਨ ਅਸੀਂ ਲਾਗੂ ਨਹੀਂ ਹੋਣ ਦੇਣਾ ਆਪਣੇ ਪਰ। ਜੇ ਸਰਕਾਰ ਨੂੰ ਲੱਗਦਾ ਹੈ ਕਿ ਐਤਕੀ ਕਾਲਾ ਦਾਣਾ ਕੁਦਰਤੀ ਆਫਤ ਨਾਲ ਹੋਇਆ ਏ ਤਾਂ ਕਟੌਤੀ ਸਾਡੇ ਕਹਿੰਦੇ ਸਾਰੇ ਪਰੇ ਲਾ ਦਿਓ, ਪਰ ਕਿਸਾਨ ਨੂੰ ਸਹੀ ਮੁੱਲ ਦਿਓ। ਸਰਕਾਰ ਕਹਿੰਦੀ ਅਸੀਂ ਤਾਂ 15,000 ਮੁਆਵਜ਼ਾ ਪੈਸਾ ਅੱਗੇ ਗਰਦੌਰੀਆਂ ਪਿੱਛੇ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ 15,000 ਦੇ ਦਿੱਤਾ, ਫਿਰ ਵੀ ਤੁਸੀਂ ਫਸਲ ਆਪਣੀ ਆ ਕੇ ਵੇਚਣੀ ਹੈ, ਫਿਰ ਇਹ ਤੋਂ ਤੁਹਾਨੂੰ ਕਿਉਂ ਦਰਦ ਹੁੰਦਾ? ਇਹ ਕੇਂਦਰ ਸਰਕਾਰ ਦਾ ਫਰਮਾਨ ਹੈ, FCI ਵਾਲਿਆਂ ਦਾ ਏ। ਪਰ ਅਫਸੋਸ ਇਸ ਗੱਲ ਦਾ, ਜਿਹੜਾ ਭਗਵੰਤ ਮਾਨ ਬਹੁਤ ਫੜੀਆਂ ਮਾਰਦਾ ਸੀ, ਉਹ RSS ਦਾ ਅੱਜ ਗੁਲਾਮ ਹੋਈ ਬੈਠਾ। ਹਜੇ ਤੱਕ ਉਹਦਾ ਕੋਈ ਬਿਆਨ ਨਹੀਂ ਆਇਆ। ਉਹਦਾ ਜਦੋਂ ਇਹ ਕੱਲ ਲਾਗੂ ਹੋਇਆ ਏ 11 ਤਰੀਕ ਨੂੰ, ਉਹਦਾ ਜਰੇ ਬਿਆਨ ਆਉਣਾ ਚਾਹੀਦਾ ਸੀ ਕਿ ਪੰਜਾਬ ਇਹ ਕਾਨੂੰਨ ਬਿਲਕੁਲ ਲਾਗੂ ਨਹੀਂ ਹੋਣ ਦਊਗਾ, ਖਰੀਦਣੀ ਖਰੀਦੋ, ਨਹੀਂ ਪੰਜਾਬ ਸਰਕਾਰ ਕਣਕ ਖਰੀਦੂਗੀ। ਇਹ ਭਗਵੰਤ ਮਾਨ ਸਾਹਿਬ ਦਾ ਬਿਆਨ ਆਉਣਾ ਚਾਹੀਦਾ ਸੀ। ਔਰ ਬੀਬੀ ਜਿਹੜੀ 5 ਮਿੰਟ ਵਾਲੀ MSP ਚੁਟਕੀਆਂ ਮਾਰਦੀ ਸੀ, ਅੱਜ ਉਹਦਾ ਬਿਆਨ ਆਉਣਾ ਚਾਹੀਦਾ ਸੀ। ਅੱਜ ਆ ਕੇ ਸਰੋਂ ਦੇਖੋ, ਜਿਹੜੀ ਕਹਿੰਦੀ ਸੀ ਸਾਰਿਆਂ ਦੇ ਦਊਂਗੇ, ਕਿਸਾਨਾਂ ਕੋਲ ਇੱਕ ਲੈ ਦੇ ਕੇ ਐਤਕੀ ਸਰੋਂ ਚਲੋ ਮਾੜੀ ਵਧੀਆ ਨਿਕਲੀ, ਉਹ ਤਾਂ ਪਰ MSP ਚਾਹੀਦੀ ਸੀ, 4000 ਦੇ ਕਰੀਬ ਵਿਕਦੀ ਹੈ। ਉਹ ਬੀਬੀ ਕਿੱਥੇ ਸੁੱਤੀ ਪਈ ਹੈ? ਇਹ ਜਿਹੜੀ ਵੀ ਸਰਕਾਰ ਆਉਂਦੀ ਹੈ, ਜਿਹੜਾ ਵੀ ਮੰਤਰੀ ਬਣਦਾ, ਉਹ ਕੁਰਸੀ ਤੇ ਪਤਾ ਨਹੀਂ ਕੀ ਲੱਗਿਆ ਵਾ, ਉਹ ਸਿਰਫ ਦਿੱਲੀ ਦੀ ਦੱਲਾਗਿਰੀ ਕਰੂਗਾ। 5 ਰੁਪਏ ਤੇ ਜਾਂ 37 ਰੁਪਏ ਜਿਹੜੇ ਤੁਸੀਂ ਕਹਿੰਦੇ ਹੋ, ਇਹ ਪ੍ਰਤੀ ਕੁਇੰਟਲ ਹੈ ਜੀ? ਪ੍ਰਤੀ ਕੁਇੰਟਲ ਹੈ ਜੀ। ਪ੍ਰਤੀ ਕੁਇੰਟਲ ਹੈ। ਫਿਰ ਇਹ 5% 100 ਰੁਪਏ ਮਗਰ 5%, 100 ਰੁਪਏ ਮਗਰ 37 ਰੁਪਏ 18 ਪੈਸੇ, 100 ਰੁਪਏ ਮਗਰ ਹੈ ਜੀ। ਇਹ ਪਰਸੈਂਟੇਜ ਵਿੱਚ ਹੈ, ਨਾ ਕਿ ਕੁਆਂਟਲ ਤੇ। ਅੱਛਾ, 100 ਰੁਪਏ ਮਗਰ ਪ੍ਰਤੀ 37 ਰੁਪਏ ਕੱਟੇ ਜਾਣਗੇ? ਹਾਂਜੀ। ਪਰ ਇਹਦਾ ਕੀ ਇਹ ਰਹੇਗਾ ਵੀ 37 ਹੀ ਕੱਟੇ ਜਾਣਗੇ? ਹੋ ਸਕਦਾ 5 ਰੁਪਏ ਕੱਟ ਕੇ ਜਿਹੜਾ ਹੈਗਾ ਖਹਿੜਾ ਛੁੱਟਦਾ ਹੋਵੇ, 37 ਤੱਕ ਗੱਲ ਨਾ ਜਾਵੇ। ਇਸ ਗੱਲ ਦਾ ਤੁਹਾਨੂੰ ਕਿਉਂ ਲੱਗਦਾ ਵੀ 37 ਕੱਟੇ ਜਾਣ? ਸਰ ਜੀ, ਜਿਹੜੇ ਅਸੀਂ ਪਹਿਲਾਂ ਭੋਲੇ ਸੀ ਉਹ ਰਹੇ ਨਹੀਂ। 5 ਰੁਪਏ ਪਾਸੇ ਕਿਸੇ ਨੇ ਨਹੀਂ ਤੁਰਨਾ। ਜੇ ਤੁਰਨਾ ਤਾਂ ਗੰਡਾਸਾ ਸਾਡੇ ਤੇ ਬੜਾ ਹੀ ਲਾਉਣਾ ਹੈ। ਸਾਨੂੰ ਇੰਸਪੈਕਟਰਾਂ ਵੱਲੋਂ ਪਹਿਲਾਂ ਸਾਡਾ 1000 2-2000 ਕੱਟਿਆ ਗਿਆ ਕੁਆਂਟਲ ਦਾ। ਇੰਸਪੈਕਟਰਾਂ ਦੀ ਜੇਬਾਂ 'ਚ ਪਿਆ ਉਹ, ਉਹਨਾਂ ਨੇ ਕਹਿਣਾ ਜੀ 500 ਚਾਹੇ ਮੇਰੀ ਜੇਬ 'ਚ ਪਾ ਦਿਓ, ਨਹੀਂ 800-900 ਕੱਟ ਤੁਹਾਨੂੰ ਮੈਂ ਲਾ ਦੇਣਾ। 37.18 ਰੁਪਏ ਤੇ ਘੱਟ ਕਿਸੇ ਨੇ ਕਿਸਾਨ ਨੂੰ ਨਹੀਂ ਪਾਉਣਾ ਇਹ ਡੈਮੇਜ। ਇਸ ਕਰਕੇ ਸਾਨੂੰ ਖਦਸ਼ਾ ਹੈ ਕਿ ਸਾਡੀ ਜਿਹੜੀ ਫਸਲ ਹੈ ਸਾਨੂੰ ਦੇਣਾ 15,000 ਹੈ, 15,000 ਦੀ ਜਗ੍ਹਾ ਸਾਨੂੰ 18-20,000 ਰੁਪਏ ਸਾਥੋਂ ਨਾਲ ਲੈਣਾ ਉਲਟ ਸ਼ੁਰੂ ਕਰ ਦੇਣਾ। ਇਹ ਬਿਲਕੁਲ ਨਜਾਇਜ਼ ਹੈ, ਕਿਸਾਨ ਤੇ ਉਲਟਾ ਬੋਝ ਹੈ। ਇਹ ਕੁਦਰਤੀ ਆਫਤ ਹੈ। ਕੁਦਰਤੀ ਆਫਤ ਵਿੱਚ ਅਗਰ ਕੋਈ ਨੁਕਸਾਨ ਹੁੰਦਾ ਹੈ, ਮੰਨ ਲਓ ਸਰਕਾਰ ਕਹਿੰਦੀ ਵੀ ਇੰਨਾ ਡੈਮੇਜ ਹੋ ਗਿਆ, ਉਹਦੀ ਭਰਪਾਈ ਸਰਕਾਰ ਆਪਣੇ ਖਜ਼ਾਨੇ ਵਿੱਚੋਂ ਕਰੇ, ਨਾ ਕਿ ਸਾਡੇ ਕਿਸਾਨਾਂ ਤੇ ਪਾਵੇ। ਪਹਿਲਾਂ ਤੋਂ ਜਦ ਤੋਂ ਇਹ ਸ੍ਰਿਸ਼ਟੀ ਬਣੀ ਆ, ਜਦ ਤੋਂ ਰਾਜੇ ਮਹਾਰਾਜੇ ਬਣੇ ਆ ਸਾਡੇ, ਚਾਹੇ ਤੁਸੀਂ ਦੇਖ ਲਓ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ, ਜਦੋਂ ਕੋਈ ਕੁਦਰਤੀ ਆਫਤ ਆਉਂਦੀ ਸੀ ਮਹਾਰਾਜੇ ਆਪ ਅਨਾਜ ਭੇਜਦੇ ਸੀ ਗਰੀਬਾਂ ਦੇ ਘਰਾਂ 'ਚ। ਇਹ ਸਾਤੋਂ ਖੋ ਰਹੇ ਆ। ਇਹੀ ਤਾਂ ਸਰਕਾਰ ਕਹਿ ਰਹੀ ਹੈ ਵੀ ਦੇਖੋ ਅਸੀਂ ਉਹੀ ਰਾਜ ਦੀ ਤਾਂ ਜਿਹੜੀ ਮਿਸਾਲ ਕਾਇਮ ਕਰਨੀ ਚਾਹੁੰਦੇ ਆ। ਵੀ ਹੁਣ ਮੁੱਖ ਮੰਤਰੀ ਸਾਹਿਬ ਕਹਿ ਹੀ ਰਹੀ ਆ ਵੀ ਗਰਦੌਰੀਆਂ ਤਾਂ ਬਾਅਦ 'ਚ ਆਉਣਗੀਆਂ, ਪੈਸੇ ਪਹਿਲਾਂ ਪੈ ਜਾਣਗੇ। ਅੱਜ 13 ਹੋ ਗਈ, ਕੋਈ ਆਏ ਨਹੀਂ ਪੈਸੇ ਤੁਹਾਨੂੰ ਕੋਈ ਮੁਆਵਜ਼ਾ? ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਮੁਆਵਜ਼ਾ ਤਾਂ ਦੂਰ ਦੀ ਗੱਲ ਆ, ਸਾਡੇ ਪਿੰਡਾਂ 'ਚ ਕੋਈ ਪਟਵਾਰੀ ਨਹੀਂ ਗਿਆ। ਮੈਂ ਕੱਲ SDM ਸਾਹਿਬ ਨੂੰ ਮਿਲਿਆ, ਮੈਂ ਉਹਨੂੰ ਕਿਹਾ ਵੀ SDM ਸਾਹਿਬ ਤੁਹਾਡੇ ਪਟਵਾਰੀ ਪਿੰਡਾਂ 'ਚ ਨਹੀਂ ਆ ਰਹੇ। ਕਹਿੰਦੇ ਜੀ ਸਾਡੇ ਕੋਲ ਪਟਵਾਰੀ ਘੱਟ ਆ। ਮੈਂ ਕਿਹਾ ਜੀ ਅਸੀਂ ਪਟਵਾਰ ਥੋੜ੍ਹੋ ਕਰਨੀ ਆ, ਉਹ ਤੁਹਾਡਾ ਕੰਮ ਹੈ, ਤੁਸੀਂ ਹੈੱਡ ਹੋ ਆਪਣੇ ਮਹਿਕਮੇ ਦੇ, ਉਹ ਕੰਮ ਹੈ ਸਰਕਾਰਾਂ ਦਾ ਜਿਨ੍ਹਾਂ ਨੇ ਪਟਵਾਰੀ ਰੱਖਣੇ ਆ। ਇਹ ਤੁਹਾਡਾ ਹੈਡੇਕ ਹੈ। ਪਰ ਸਾਡੇ ਪਿੰਡਾਂ 'ਚ ਦੱਸੋ, ਜਦੋਂ ਵਿਦਰੋਹ ਹੋ ਪਿੰਡਾਂ 'ਚੋਂ ਸਮੂਹਕ ਤੌਰ ਤੇ, ਉਦੋਂ ਪਟਵਾਰੀ ਭੇਜੋਗੇ ਪਿੰਡਾਂ 'ਚ, ਤੁਸੀਂ ਕਿਉਂ ਨਹੀਂ ਆ ਰਹੇ? ਦੂਜੀ ਗੱਲ ਹੈ, ਕਿਤੇ ਜ਼ਰੂਰੀ ਤਾਂ ਕਿਤੇ ਇਹੋ ਜਿਹੀ ਗੱਲ ਤਾਂ ਨਹੀਂ ਕਿ ਪਟਵਾਰੀਆਂ ਨੂੰ ਅਸੀਂ ਚੋਰ ਮੋਰੀ ਰਾਹੀਂ ਕੁਛ ਨਾ ਕੁਛ ਦੇ ਕੇ ਲੈ ਕੇ ਆਈਏ ਆਪਣੇ ਖੇਤਾਂ ਵਿੱਚ, ਆਪਣੇ ਪਿੰਡਾਂ ਵਿੱਚ। ਸਾਡੇ SDM ਸਾਹਿਬ ਚਮਕੌਰ ਸਾਹਿਬ ਨੂੰ ਕੋਈ ਜਵਾਬ ਨਹੀਂ ਆਇਆ। ਉਹਨਾਂ ਨੇ ਇਹੀ ਕਿਹਾ ਜੀ ਮੈਂ ਚਲੋ ਚਿੱਠੀ ਕੱਢ ਦੇਣਾ, ਇਹ ਕਿਹਾ ਗਿਆ। ਤੁਸੀਂ ਇਹ ਦੱਸੋ ਵੀ ਜਦੋਂ ਪਟਵਾਰੀ ਸਾਡੇ
ਪਿੰਡਾਂ 'ਚ ਪਹੁੰਚਿਆ ਹੀ ਨਹੀਂ, ਸਾਨੂੰ ਵਿਸਾਖੀ ਤੋਂ ਪਹਿਲਾਂ ਕਿਵੇਂ ਮੁਆਵਜ਼ਾ ਮਿਲੂਗਾ। ਦੂਜੀ ਗੱਲ, ਜੇ ਪਟਵਾਰੀ ਜਾਂਦਾ ਤਾਂ ਉਹ ਕਹਿੰਦੇ ਤੁਹਾਡਾ 5% ਨੁਕਸਾਨ ਹੈ, ਤੁਹਾਡਾ 20% ਨੁਕਸਾਨ ਹੈ, 33% ਦੇ ਹੇਠਾਂ ਇਹ ਕਹਿੰਦੇ ਦੇਣਾ ਕੁਛ ਨਹੀਂ। ਜਦੋਂ ਤਾਂ ਇਹਨਾਂ ਲੈਣਾ ਸਾਤੋਂ ਤਾਂ 5% ਦਾ ਵੀ ਲੈਣਾ ਹੈ, ਜਦੋਂ ਸਾਨੂੰ ਦੇਣਾ ਤਾਂ 33% ਉੱਪਰ ਦੇਣਾ। ਇਹ ਕਿਹੜਾ ਇਹਨਾਂ ਕੋਲ ਤਰੀਕਾ, ਮਾਪਦੰਡ ਕਿਹੜਾ ਇਹਨਾਂ ਕੋਲ ਨੁਕਸਾਨ ਦਾ? ਜੇ ਸਾਡਾ ਦਾਣਾ ਖਰਾਬ ਹੋਇਆ ਤਾਂ ਸਾਡੀ ਕਣਕ ਦੀ ਤੂੜੀ ਵੀ ਖਰਾਬ ਹੋਈ ਹੈ, ਜਿਹੜੀ ਸਾਡੀ 1000 ਰੁਪਏ ਕੁਇੰਟਲ ਵਿਕਦੀ ਹੈ, ਉਹ ਵੀ ਵਿੱਚ ਐਡ ਹੋਣਾ ਚਾਹੀਦਾ ਵੀ ਤੂੜੀ ਦਾ ਨੁਕਸਾਨ ਕਿੰਨਾ ਹੋਇਆ, ਦਾਣੇ ਦਾ ਕਿੰਨਾ ਹੋਇਆ। ਸਾਡਾ ਤਾਂ ਨੁਕਸਾਨ 50% ਤੋਂ ਉੱਪਰ ਹਰ ਇੱਕ ਕਿੱਲੇ ਦਾ ਜਾਣਾ ਜੇ ਸਾਡੀ ਤੂੜੀ ਵਿੱਚ ਗਿਣੀ ਜਾਵੇ। ਤੂੜੀ ਵੀ ਸਾਡੀ ਕਿਸੇ ਦੀ ਫਸਲ ਹੈ, ਸਾਡਾ ਦਾਣਾ ਵੀ ਫਸਲ ਹੈ ਕਿ ਜ਼ਰੂਰੀ ਤਾਂ ਨਹੀਂ ਦਾਣਾ। ਦੂਜੀ ਗੱਲ, ਅਗਰ ਪਟਵਾਰੀ ਜਾਂਦਾ ਉਹ ਸੜਕ ਆਪਣੀ ਡੋਰ ਤੇ ਖੜ ਕੇ ਦੇਖ ਲੈਂਦਾ ਕਿੰਨਾ ਨੁਕਸਾਨ ਹੋਇਆ, ਨਾ ਉਹਨਾਂ ਦਾਣਾ ਭੋਰ ਕੇ ਦੇਖਣਾ, ਨਾ ਉਹਨਾਂ ਲਾਣ ਤੋੜ ਕੇ ਦੇਖਣਾ ਵੀ ਲਾਣ ਦਾ ਕਿੰਨਾ ਨੁਕਸਾਨ ਹੋਇਆ। ਇਹ ਕਿਵੇਂ, ਕਿਹੜਾ ਪੈਮਾਨਾ ਸਰਕਾਰ ਨੇ ਪਟਵਾਰੀ ਨੂੰ ਕਿਹਾ ਵੀ ਤੂੰ ਡੋਰ ਤੇ ਖੜ ਕੇ ਲਿਖ ਦੇ ਵੀ 25%? ਜੋ ਓਪੋਜੀਸ਼ਨ ਬੋਲ ਰਹੀ ਆ ਅੱਜ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ 33% ਤੇ ਹੇਠਾਂ ਰੱਖਣੀ ਹੈ ਨੁਕਸਾਨ ਦੀ ਜੋ ਪੈਮਾਨਾ ਹੈ। ਇਹ ਸਾਨੂੰ ਇਹੀ ਲੱਗਦਾ ਵੀ ਚੋਰ ਮੋਰੀ ਰਾਹੀਂ ਇਹ ਕੋਈ ਗੁਪਤ ਆਪਣਾ ਕਿਹਾ ਗਿਆ ਉਹਨਾਂ ਨੂੰ ਵੀ ਤੁਸੀਂ ਜਿਹੜਾ ਪੈਮਾਨਾ, ਜਿਹੜਾ ਨੁਕਸਾਨ ਆ ਉਹ ਘੱਟ ਦੱਸਣਾ ਹੈ ਤਾਂ ਜੋ ਸਰਕਾਰ ਨੂੰ ਮੁਆਵਜ਼ਾ ਨਾ ਦੇਣਾ ਪਵੇ। ਅਗਰ ਇਸੇ ਤਰ੍ਹਾਂ ਜੋ ਅੱਜ ਹੋ ਰਿਹਾ ਕਿਸਾਨ ਨਾਲ ਵਰਤੀਰਾ ਹੋ ਰਿਹਾ ਸਰਕਾਰਾਂ ਵੱਲੋਂ, ਜੋ ਪਾਕਿਸਤਾਨ ਵਿੱਚ ਭੁੱਖਮਰੀ ਫੈਲੀ ਹੈ, ਇਹੀ ਭੁੱਖਮਰੀ ਕੇਂਦਰ ਸਰਕਾਰ ਆਪਣੀ ਹਿੰਦੁਸਤਾਨ ਵਿੱਚ, ਭਾਰਤ ਵਿੱਚ ਫੈਲੂਗੀ। ਇਹ ਉਹਦੀ ਉਦਾਹਰਨ ਇਹ ਹੈ ਕਿ ਐਤਕੀ ਕੇਂਦਰ ਸਰਕਾਰ ਨੂੰ ਖਦਸ਼ਾ ਕਿ ਅਨਾਜ ਘੱਟ ਹੋਣਾ ਹੈ। ਅੱਗੇ ਤਾਂ ਸਾਡੇ ਸਟੋਰ ਵੀ ਨਹੀਂ ਖਾਲੀ ਕਰਦੀ ਕੇਂਦਰ ਸਰਕਾਰ, ਸਟੋਰਾਂ 'ਚ ਇੰਨਾ ਰਸ਼ ਹੁੰਦਾ ਜੋ ਹੋ ਜਾਂਦਾ ਸੀ, ਦੂਜੀ ਫਸਲ ਰੱਖਣ ਨੂੰ ਜਗ੍ਹਾ ਨਹੀਂ ਸੀ ਹੁੰਦੀ। ਹੁਣ ਕੇਂਦਰ ਸਰਕਾਰ ਨੇ ਇੱਕ ਸਰਕੂਲਰ ਜਾਰੀ ਕਰਤਾ ਜਿਹਦੇ ਮੁਤਾਬਕ ਮੰਡੀਆਂ ਵਿੱਚੋਂ ਹੀ ਸਿੱਧੀ ਬਾਹਰ ਨੂੰ ਕਣਕ ਜਾਊਗੀ। ਉਹਦਾ ਕਾਰਨ ਇਹ ਹੈ, ਉਹਨਾਂ ਨੂੰ ਖਾਦਸ਼ਾ ਕਿ ਜੋ ਬਾਹਰ ਦੀ ਸਟੇਟਸ ਹੈ ਉੱਥੇ ਲੋਕ ਭੁੱਖੇ ਮਰਨਗੇ। ਪੰਜਾਬ ਭੁੱਖਾ ਮਰਦਾ ਪਿਆ ਮਰੇ, ਪਰ ਬਾਹਰ ਦੀ ਸਟੇਟ ਉਹਨਾਂ ਭੁੱਖੀ ਨਹੀਂ ਮਰਨ ਦੇਣੀ। ਪੰਜਾਬ ਨਾਲ ਜੋ ਅਸੀਂ ਕਹਿੰਦੇ ਆ ਵੀ ਮਤਰੇਈ ਮਾਲਾ ਸਕੂਲ ਸਲੂਕ ਹੋ ਰਿਹਾ, ਤੇ ਫਸਲ ਦੇ ਤੌਰ ਤੇ ਵੀ ਇਹ ਸਾਬਤ ਹੋ ਰਿਹਾ ਕਿ ਵਾਕਈ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਹਰ ਪਾਸੇ ਹੋ ਰਿਹਾ। ਜਿਹੜਾ ਸੂਬਾ ਪੈਦਾ ਕਰ ਰਿਹਾ ਉਹ ਆਪਣੇ ਜੋਗੀ ਰੱਖ ਕੇ ਮੰਡੀ 'ਚ ਵੇਚੂਗਾ ਜੀ, ਮਤਲਬ ਫਿਰ ਇਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਭੁੱਖਮਰੀ ਪੈ ਸਕਦੀ ਪੰਜਾਬ 'ਚ? ਜਦੋਂ ਖਰੀਦਦਾਰੀ ਸਾਰੀ ਕੇਂਦਰ ਸਰਕਾਰ ਦੀ ਹੈ, ਅਗਰ ਪੰਜਾਬ ਸਰਕਾਰ ਦੀਆਂ ਏਜੰਸੀਆਂ ਖਰੀਦ ਕਰਦੀਆਂ ਉਹ ਵੀ ਅਖੀਰ ਨੂੰ FCI ਨੂੰ ਦੇਣੀ ਹੈ, ਫਿਰ ਪੰਜਾਬ ਕੋਲ ਕਿਹੜਾ ਰਹਿ ਗਿਆ ਆਪਣੇ ਗਰੀਬਾਂ ਨੂੰ ਦੇਣ ਵਾਸਤੇ ਅਨਾਜ, ਜਦੋਂ ਕੇਂਦਰ ਨੇ ਸਾਰਾ ਢੋ ਲਿਆ। ਜਿਹੜੇ ਗੋਦਾਮਾਂ ਵਿੱਚ ਅਸੀਂ ਅਨਾਜ ਰੱਖਦੇ ਆ ਉਹ ਕੇਂਦਰ ਟ੍ਰੇਨਾਂ ਰਾਹੀਂ ਲੈ ਕੇ ਜਾਂਦੀ ਹੈ। ਤੁਸੀਂ ਕਹਿੰਦੇ ਪੰਜਾਬ ਸਰਕਾਰ ਖਰੀਦੇ ਆਪਣੇ ਕੋਲ ਸਟੋਰ ਰੱਖੇ? ਹਾਂ, ਇਹ ਸਾਡਾ, ਅਸੀਂ ਇਹੀ ਕਹਿੰਦੇ ਆ ਅਗਰ ਪੰਜਾਬ ਸਰਕਾਰ ਸਾਰੀ ਨਹੀਂ ਰੱਖਣੀ ਤਾਂ ਜਿੰਨੀ ਖਪਤ ਪੰਜਾਬ ਵਿੱਚ ਜੋ ਗਰੀਬਾਂ ਨੂੰ, ਦੁਕਾਨਦਾਰਾਂ ਨੂੰ ਜਾਂ ਹੋਰ ਕਿਸੇ ਤਬਕੇ ਨੂੰ ਖਾਣ ਵਾਸਤੇ ਸਾਰਾ ਸਾਲ ਕਣਕ ਚਾਹੀਦੀ ਹੈ, ਜੋ ਮੁੱਲੇ ਖਾਨੇ ਆ ਉਹਨਾਂ ਵਾਸਤੇ ਕਣਕ ਦਾ ਭੰਡਾਰ ਰੱਖ ਕੇ ਬਾਕੀ ਕੇਂਦਰ ਸਰਕਾਰ ਨੂੰ ਦਿੱਤਾ ਜਾਵੇ। ਹੁਣ ਅੱਗੇ ਕੀ ਰਣਨੀਤੀ ਰਹੂਗੀ ਤੁਹਾਡੀ ਜੇ ਹੁਣ ਇਹ ਮੰਗਾਂ ਫੌਰੀ ਤੌਰ ਤੇ ਨਹੀਂ ਵਾਪਸ ਲਏ ਜਾਂਦੇ, ਐਲਾਨ ਜੋ ਕੀਤਾ ਗਿਆ? ਅਸੀਂ ਅੱਜ ਪਹਿਲਾਂ ਤਾਂ ਮੰਗ ਪੱਤਰ ਦੇਵਾਂਗੇ DC ਸਾਹਿਬ ਨੂੰ। ਇਹ ਕਹਿੰਦੇ ਆ ਕਿ ਇਹ ਕਿਸਾਨ ਵਿਹਲੇ ਨੇ, ਜਦੋਂ ਉਹਨਾਂ ਦਾ ਦਿਲ ਕਰਦਾ ਉਦੋਂ ਧਾਰਾਂ ਲਾ ਕੇ ਬਹਿ ਜਾਂਦੇ ਨੇ ਤੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ। ਸੋ ਇਹ ਅਸੀਂ ਉਹਨਾਂ ਨੂੰ ਸੁਚੇਤ ਕਰਾਂਗੇ ਮੰਗ ਪੱਤਰ ਦੇ ਕੇ, ਬਲਕਿ ਪਹਿਲਾਂ ਹੀ ਪਤਾ ਤਾਂ ਹੈ ਉਹਨਾਂ ਨੂੰ, ਉਹਨਾਂ ਵੱਲੋਂ ਵੀ ਇਹ ਜਾਰੀ ਕੀਤੇ ਗਏ ਨੇ, ਪਰ ਫਿਰ ਵੀ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਤੇ ਚੇਤਾਵਨੀ ਦਿੰਦੇ ਆ ਕਿ ਜੇ ਇਹ ਜਿਹੜਾ ਸਾਡੇ ਤੇ ਟੈਕਸ ਲਾਇਆ ਜਾ ਰਿਹਾ ਇਹ ਅੰਦਰੂਨੀ ਤੌਰ ਤੋਂ ਇਹ ਨਾ ਹਟਾਇਆ ਗਿਆ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਤੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਹਨੂੰ ਜਲਦ ਤੋਂ ਜਲਦ ਜਿਹੜਾ ਇਹ ਟੈਕਸ ਹੈ ਕੱਟਿਆ ਜਾਵੇ। ਜਿਹੜੀ ਭਰਾਈ ਹੋ ਚੁੱਕੀ ਹੈ ਜੀ, ਫਿਰ ਉਹਨਾਂ ਦਾ ਤਾਂ ਹੁਣ ਹੋ ਗਿਆ ਸਾਰਾ, ਉਹਨਾਂ ਦਾ ਜਿਹੜਾ ਉਹਨਾਂ ਦੇ ਤੋਂ ਟੈਕਸ ਲੱਗ ਚੁੱਕਿਆ, ਫਿਰ ਇਹ ਵੀ ਵਾਪਸ ਕਰਾਉਣ ਦੀ ਗੱਲ ਕਰਦੇ ਜਾਂ ਕੀ ਸਾਹਿਬ? ਦੇਖੋ ਸਰ ਜੀ, ਪਹਿਲਾਂ ਵੀ ਇਹ ਕਾਨੂੰਨ ਅਸੂਲ ਚੱਲੇ ਆ। ਅਗਰ ਫਸਲ ਚੱਕੀ ਜਾਂਦੀ ਹੈ, ਅਗਰ ਉਹਦੇ ਬਾਅਦ 'ਚ ਕੋਈ ਫੈਸਲਾ ਹੁੰਦਾ ਤਾਂ ਉਹ ਚੱਕੀ ਹੋਈ ਫਸਲ ਤੇ ਵੀ ਲਾਗੂ ਹੁੰਦਾ ਹੈ। ਚਾਹੇ ਗੰਨਾ ਲੈ ਲਓ ਤੁਸੀਂ, ਚਾਹੇ ਧਾਨ ਲੈ ਲਓ, ਚਾਹੇ ਕਣਕ ਲੈ ਲਓ। ਸੋ ਇਸ ਕਰਕੇ ਜਿਹੜੀ ਚੱਕੀ ਗਈ ਉਹਦਾ ਕਿਸਾਨਾਂ ਨੂੰ ਵੀ ਅਸੀਂ ਪੂਰਾ ਕੀਮਤ ਦਵਾਵਾਂਗੇ ਜੋ ਉਹਨਾਂ ਨੂੰ ਕੱਟ ਲਾਇਆ ਜਾਊਗਾ। ਆਮਦ ਉੱਤੇ ਵੀ ਰੋਕ ਲਾਉਣ ਦੀ ਤੁਸੀਂ ਗੱਲ ਕਰੋਗੇ, ਕੋਈ ਮੰਡੀਆਂ ਵਿੱਚ ਆਵੇ ਹੀ ਨਾ ਫਸਲ ਉਦੋਂ ਤੱਕ? ਫਿਰ ਅਗਰ ਸਾਡੇ ਸੰਘਰਸ਼ ਵਿੱਚ ਕੋਈ ਆਮਦ ਰੋਕਣ ਵਾਲੀ ਵੀ ਗੱਲ ਹੋਈ ਤਾਂ ਅਸੀਂ ਉਹ ਵੀ ਕਰਾਂਗੇ। ਜਿੱਥੇ ਤੱਕ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਜੀ। ਦੇਖੋ, ਜੇ ਅਸੀਂ ਸੰਘਰਸ਼ ਵਿੱਢਦੇ ਹਾਂ ਕੋਈ ਸਰਕਾਰ ਨੂੰ ਤੰਗ ਕਰਨੇ ਵਾਲਾ, ਫਿਰ ਤਾਂ ਉਹ ਸਾਨੂੰ ਕਹਿੰਦੇ ਅੱਤਵਾਦੀਆਂ, ਇਹ ਵੱਖਵਾਦੀਆਂ ਜੀ, ਇਹ ਖਾੜਕੂ ਆ ਗਏ ਜੀ ਪੰਜਾਬ 'ਚ, ਫਿਰ ਤਾਂ ਸਾਡੇ ਤੇ ਉਹ ਇਲਜ਼ਾਮ ਲਾਏ ਜਾਂਦੇ ਆ। ਹੁਣ ਅਸੀਂ ਆਪਣਾ ਹੀ ਨੁਕਸਾਨ ਕਰਾਵਾਂਗੇ, ਸਰਕਾਰ ਦਾ ਨਹੀਂ ਕਰਾਂਗੇ, ਚਾਹੇ ਸਾਨੂੰ ਮਰਨ ਮਾਤਰਾ ਰੱਖਣਾ ਪਵੇ, ਚਾਹੇ ਸਾਨੂੰ ਸੁਸਾਈਡਾਂ ਕਰਨੇ ਪਵੇ ਸਮੂਹਿਕ ਤੌਰ ਤੇ, ਪਰ ਅਸੀਂ ਇਹ ਵਾਪਸ ਕਰਵਾ ਕੇ ਹਟਾਂਗੇ। ਸੋ ਬਿਲਕੁਲ ਇੱਕ ਹੋਰ ਕਾਨੂੰਨ ਜੋ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਕਿਸਾਨਾਂ ਦੇ ਦੱਸਣ ਮੁਤਾਬਕ ਕਿ ਉਹ ਸਾਡੇ ਲਈ ਘਾਤਕ ਹੈ, ਜਿਸ ਦੇ ਚਲਦਿਆਂ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਸੋ ਇਸੇ ਕਰਕੇ ਕਿਸਾਨ ਅੱਜ ਫਿਰ ਇੱਕ ਵਾਰੀ ਇਕੱਠੇ ਹੋਏ। ਹਾਲਾਂਕਿ ਮੰਡੀਆਂ ਦੇ ਵਿੱਚ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਕਿ ਕਣਕ ਦੀ ਆਮਦ ਸ਼ੁਰੂ ਹੋਈ ਹੈ ਤੇ ਕਣਕ ਜ਼ੋਰ ਸ਼ੋਰ ਦੇ ਨਾਲ ਭਰਾਈ ਚੱਲ ਰਹੀ ਹੈ, ਪਰ ਕਿਸਾਨ ਫਿਰ ਵੀ ਖੁਸ਼ ਨਜ਼ਰ ਨਹੀਂ ਆ ਰਹੇ। ਉਹ ਕਹਿ ਰਹੇ ਕਿ ਸਾਡੇ ਦੇ ਉੱਤੇ ਇੱਕ ਹੋਰ ਲੁਕਵਾਂ
ਜੋ ਬੋਝ ਲੁਕਵਾਂ ਟੈਕਸ ਸਾਡੇ ਉੱਤੇ ਲਗਾਇਆ ਗਿਆ, ਜਿਸ ਦੇ ਚੱਲਦਿਆਂ ਹੁਣ ਅਸੀਂ ਮੰਗ ਪੱਤਰ ਦੇਵਾਂਗੇ, ਇੱਕ ਚੇਤਾਵਨੀ ਦੇਵਾਂਗੇ ਸਰਕਾਰ ਨੂੰ ਕਿ ਇਹ ਲੁਕਵੇਂ ਟੈਕਸ ਨੂੰ ਵਾਪਸ ਲਿਆ ਜਾਵੇ। ਲੇਕਿਨ ਜੇਕਰ ਇਹ ਟੈਕਸ ਵਾਪਸ ਨਹੀਂ ਲਿਆ ਜਾਂਦਾ ਤਾਂ ਅਸੀਂ ਇਸ ਦੇ ਖਿਲਾਫ ਲੰਬਾ ਸੰਘਰਸ਼ ਵਿੱਢਾਂਗੇ, ਸੰਘਰਸ਼ ਤੇਜ਼ ਕਰਾਂਗੇ ਤੇ ਜੋ ਕੁਝ ਸਾਨੂੰ ਕਰਨਾ ਪਿਆ ਉਸ ਦੇ ਲਈ ਅਸੀਂ ਕਰਨ ਦੇ ਲਈ ਤਿਆਰ ਹਾਂ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਦੀ ਇਸ ਅਪੀਲ ਨੂੰ ਕਿਸ ਤਰ੍ਹਾਂ ਲੈਂਦੀ ਹੈ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।